सत श्री अकाल प्यारे दोस्तों, LGD TV ਤੇ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ। ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਜੋ ਕਿੱਤਾਮੁਖੀ ਪੇਪਰ ਹੁੰਦੇ ਨੇ ਉਹਨਾਂ ਦੀ ਫ੍ਰੀ ਆਫ ਕਾਸਟ ਤਿਆਰੀ ਕਰ ਰਹੇ ਹਾਂ। ਵੱਖ-ਵੱਖ ਲੈਕਚਰਾਂ ਦੇ ਵਿੱਚ ਜਿੱਥੇ ਮੈਂ ਆਦਿਕਾਲ ਤੇ ਮੱਧਕਾਲ ਨਾਲ ਸੰਬੰਧਿਤ ਜਿਹੜੀ ਪੜ੍ਹਾਈ ਆ ਉਹ ਤੁਹਾਨੂੰ ਕਰਵਾ ਰਿਹਾ, ਉੱਥੇ ਹੀ ਆਧੁਨਿਕ ਕਾਲ ਦੇ ਨਾਲ ਸੰਬੰਧਿਤ ਵੱਖ-ਵੱਖ ਲੈਕਚਰ ਜਿਹੜੇ ਨੇ ਵੱਖ-ਵੱਖ ਦੌਰ ਦੇ ਕਵੀਆਂ ਦਾ ਜ਼ਿਕਰ ਜਿਹੜਾ ਆ ਉਹ ਮੇਰੇ ਅਜੀਜ਼ ਪਿਆਰਾ ਦੋਸਤ ਸਤਨਾਮ ਸਿੰਘ ਕੈਥ ਜੀ ਕਰ ਰਹੇ ਨੇ। ਪਿਆਰੇ ਦੋਸਤੋ, ਅੱਜ ਇਹ ਵੀਡੀਓ ਜਿਹੜੀ ਆ ਬਹੁਤ ਸੰਖੇਪ ਤੇ ਛੋਟੀ ਹੋਊਗੀ। ਕਾਰਨ ਇਹ ਹੈ ਕਿ ਜੋ ਆਪਾਂ ਅੱਜ ਆਦਿਕਾਲ ਬਾਰੇ ਕਰਨਾ ਆ ਉਹ ਮੇਰੇ ਖਿਆਲ ਨਾਲ ਸ਼ਾਇਦ ਤੁਸੀਂ ਪਹਿਲੀ ਵਾਰ ਸੁਣੋਗੇ। ਇਸ ਅੱਜ ਵਾਲੇ ਲੈਕਚਰ ਦਾ ਜ਼ਿਕਰ ਬਹੁਤੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੀ ਨਹੀਂ ਮਿਲਦਾ, ਬਹੁਤ ਰੇਅਰ ਮਿਲਦਾ। ਪੇਪਰ ਦੇ ਵਿੱਚ ਇੱਕ ਦੋ ਪ੍ਰਸ਼ਨ ਇਹੋ ਜਿਹੇ ਆਉਂਦੇ ਹੁੰਦੇ ਆ ਜਿਹਦੇ ਬਾਰੇ ਸਿੱਧੀਆਂ ਬਜ਼ਾਰੂ ਕਿਤਾਬਾਂ ਹਲਕਾ ਮਟੀਰੀਅਲ ਗੱਲ ਹੀ ਨਹੀਂ ਕਰਦਾ। ਖੁੰਬਾਂ ਵਾਂਗ ਜਿਹੜੀਆਂ ਅਕੈਡਮੀਆਂ ਉੱਗਦੀਆਂ ਨੇ, ਆਹ ਲੈਕਚਰ ਸੁਣਨ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਨ ਪੁੱਛੋ। ਦੇਖੋ, ਫ੍ਰੀ ਆਫ ਕਾਸਟ ਤੁਸੀਂ ਇੱਥੇ ਪੜ੍ਹ ਰਹੇ ਹੋ, ਕੋਈ ਪੈਸਾ ਕਿਸੇ ਨੂੰ ਨਹੀਂ ਦੇ ਰਹੇ, ਤੇ ਮੈਂ ਇਹ ਆਸ ਕਰਦਾ ਹਾਂ ਕਿ ਤੁਸੀਂ ਜੋ ਨਵਾਂ ਸਿੱਖਦੇ ਹੋ ਨਾ ਉਹਨੂੰ ਵੱਖ-ਵੱਖ ਥਾਵਾਂ 'ਤੇ ਲਾਗੂ ਕਰਕੇ ਵੇਖੋ। ਪਿਆਰੇ ਦੋਸਤੋ, ਅੱਜ ਅਸੀਂ ਆਦਿਕਾਲ ਦੇ ਸਾਹਿਤ ਦੇ ਵਿੱਚ ਜੋ ਅਗਲਾ ਪੜਾਅ ਆ, ਪਹਿਲਾਂ ਆਪਾਂ ਪਿਛਲੇ ਦੀ ਗੱਲ ਕਰ ਲਈ, ਆਪਾਂ ਹੁਣ ਤੱਕ ਕੀਤਾ ਕੀ ਆ। ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਦਿ ਬਿੰਦੂ ਕੋਖੇ ਸੀਗੇ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਬਾਬਤ ਗੱਲ ਕੀਤੀ ਸੀਗੀ। ਫਿਰ ਅਸੀਂ ਨਾਥ ਜੋਗੀਆਂ ਦਾ ਸਾਹਿਤ ਜਿਹੜਾ ਸੀ ਉਹ ਕੋਖਿਆ ਸੀਗਾ, ਉਹਦੀ ਕੋਖ ਪੜਤਾਲ ਕਰਨ ਤੋਂ ਬਾਅਦ ਵੱਖ-ਵੱਖ ਨਾਥ ਜੋਗੀ ਜੋ ਸਾਹਿਤਕਾਰ ਹੋਏ ਨੇ ਉਹਨਾਂ ਦੀ ਜੀਵਨੀ, ਉਹਨਾਂ ਬਾਬਤ ਵਿਚਾਰ ਚਰਚਾ ਕਰ ਚੁੱਕੇ ਹਾਂ। ਠੀਕ ਹੈ ਜੀ। ਜਿਵੇਂ ਆਦਿਨਾਥ ਜਲੰਧਰ ਨਾਥ ਨੂੰ ਕਿਹਾ ਜਾਂਦਾ, ਮਛੰਦਰ ਨਾਥ ਨੂੰ ਕਿਹਾ ਜਾਂਦਾ ਪਹਿਲਾ ਨਾਥ, ਤੇ ਸ਼ਿਵ ਦਾ ਅਵਤਾਰ ਵੀ ਮਛੰਦਰ ਨਾਥ ਨੂੰ ਕਿਹਾ ਜਾਂਦਾ। ਨਾਥ ਪਰੰਪਰਾ ਦੀ ਸ਼ੁਰੂਆਤ ਕਰਨ ਵਾਲਾ ਮਛੰਦਰ ਨਾਥ ਆ ਤੇ ਉਹਦਾ ਸ਼ਾਗਿਰਦ ਗਾਂ ਗੁਰੂ ਗੋਰਖਨਾਥ ਆ। ਠੀਕ ਹੈ ਜੀ। ਇਹ ਚੀਜ਼ਾਂ ਜਿਹੜੀਆਂ ਨੇ, ਜਾਂ ਹਾਸਰਸ ਕਾਵਧਾਰਾ ਦਾ ਮੋਢੀ ਚਰਪਟਨਾਥ ਆ। ਠੀਕ ਹੈ ਜੀ। ਇਹਨਾਂ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਪਹਿਲੇ ਲੈਕਚਰਾਂ ਦੇ ਵਿੱਚ। ਜਿਨ੍ਹਾਂ ਨੇ ਨਹੀਂ ਸੁਣੀ ਉਹ ਲੈਕਚਰ ਜ਼ਰੂਰ ਸੁਣਨ, ਕਿਉਂਕਿ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਨੂੰ ਰੈਲੇਵੈਂਟ ਹਵਾਲੇ ਸਹਿਤ ਜਿਹੜਾ ਗਿਆਨ ਆ ਉਹ ਪ੍ਰਦਾਨ ਕੀਤਾ ਜਾ ਰਿਹਾ। ਮੈਂ ਨਹੀਂ ਕਹਿੰਦਾ ਤੁਹਾਨੂੰ ਕਿ ਤੁਸੀਂ ਵੱਖ-ਵੱਖ ਕਿਤਾਬਾਂ ਲਵੋ, ਬਜ਼ਾਰੂ ਕਿਤਾਬਾਂ ਲੈ ਕੇ ਆਪਣਾ ਸਮਾਂ ਤੇ ਆਪਣੇ ਪੈਸੇ ਬਰਬਾਦ ਕਰੋ। ਮੈਂ ਇਹੀ ਕਹੂੰਗਾ ਇਹ ਲੈਕਚਰ ਆਪ ਵੀ ਸੁਣੋ, ਆਪਣੇ ਵਰਗੇ ਹਜ਼ਾਰਾਂ ਹੋਰਾਂ ਦਾ ਭਲਾ ਕਰੋ। ਰੈਲੇਵੈਂਟ ਮਟੀਰੀਅਲ ਹੀ ਤੁਹਾਡਾ ਜਿਹੜਾ ਆ ਆਖਰ 'ਤੇ ਸਹਾਰਾ ਬਣਨਾ। ਬਹੁਤ ਸਾਰੀਆਂ ਵੀਡੀਓਜ਼ ਮੈਂ ਇਹੋ ਜਿਹੀਆਂ ਲੈ ਕੇ ਆਊਂਗਾ ਜਿਹੜੀਆਂ ਸ਼ਾਇਦ ਤੁਸੀਂ ਪਹਿਲੀ ਵਾਰ ਸੁਣੋਗੇ। ਲੈਕਚਰ ਅੱਜ ਦਾ ਛੋਟਾ ਆ ਸਿਰਫ ਇਸ ਕਰਕੇ ਕਿ ਇਹ ਗੱਲ ਤੁਹਾਡੇ ਲਈ ਨਵੀਂ ਆ। ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਟੌਪਿਕ ਨੂੰ ਸਮਾਪਤ ਕਰ ਦੇਣਾ, ਉਹ ਥੋੜ੍ਹਾ ਵੱਡਾ ਹੋ ਸਕਦਾ। ਆਪਾਂ ਗੱਲ ਕਰਾਂਗੇ ਜੀ ਪੰਜਾਬੀ ਸਾਹਿਤ ਦੇ ਆਦਿਕਾਲ ਵਿੱਚ ਜੈਨੀ ਸਾਹਿਤ ਦਾ ਜ਼ਿਕਰ। ਜੈਨ ਸਾਹਿਤ, ਇਹਦਾ ਜ਼ਿਕਰ ਵੱਖ-ਵੱਖ ਪੰਜਾਬੀ ਸਾਹਿਤ ਦੀਆਂ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਵਿੱਚ ਬਹੁਤ ਘੱਟ ਮਿਲਦਾ, ਪਰ ਬਹੁਤ ਜ਼ਰੂਰੀ ਆ ਕਿਉਂਕਿ ਇਹ ਵੀ ਆਦਿਕਾਲ ਦਾ ਇੱਕ ਹਿੱਸਾ ਆ। ਅੱਜ ਆਪਾਂ ਜੈਨ ਸਾਹਿਤ ਜਾਂ ਜੈਨੀ ਸਾਹਿਤਕਾਰਾਂ ਦਾ ਆਗਾਜ਼ ਕਰ ਰਹੇ ਹਾਂ, ਸ਼ੁਰੂਆਤ ਕਰ ਰਹੇ ਹਾਂ। ਸੰਖੇਪ ਵਿੱਚ ਜਾਣਨਾ ਆ, 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਦੌਰਾਨ ਜੈਨੀ ਸਾਧੂਆਂ ਨੇ ਪੰਜਾਬੀ ਤੇ ਹਿੰਦੀ ਵਿੱਚ ਖਾਸਾ ਨਿੱਗਰ ਸਾਹਿਤ ਜਿਹੜਾ ਆ ਉਹ ਰਚਿਆ ਸੀਗਾ, ਪੰਜਾਬੀ ਵਿੱਚ ਤੇ ਹਿੰਦੀ ਵਿੱਚ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਦੌਰਾਨ। ਠੀਕ ਹੈ ਜੀ। ਦੂਜੀ ਗੱਲ ਕਿ ਇਹਨਾਂ ਦਾ ਜਿਹੜਾ ਮੁੱਖ ਕੇਂਦਰ ਸੀਗਾ ਜਿੱਥੇ ਇਹ ਵਾਸ ਕਰਦੇ ਸੀਗੇ ਉਹ ਸੀ ਗੁਜਰਾਤ। ਕਲੀਅਰ ਨਾ, ਗੁਜਰਾਤ। ਅਗਲਾ, ਇਹਨਾਂ ਦੇ ਵਿਸ਼ੇਸ਼ ਪ੍ਰਭਾਵ ਦੇ ਅਧੀਨ ਜਿਹੜੇ ਲੋਕ ਸੀਗੇ, ਜਿਹੜੇ ਖੇਤਰ ਸੀਗੇ, ਸੌਰਾਸ਼ਟਰ ਦੇ ਚਾਲੁਕਿਆ ਅਤੇ ਸੋਲੰਕੀ ਦੇ ਰਾਜੇ ਜਿਹੜੇ ਸੀਗੇ ਉਹ ਜੈਨ ਸਾਹਿਤ ਤੇ ਜੈਨੀ ਸਾਹਿਤਕਾਰਾਂ ਦਾ ਪ੍ਰਭਾਵ ਕਬੂਲ ਕਰ ਚੁੱਕੇ ਸੀ, ਇਹਨਾਂ ਸਾਧੂਆਂ ਦੇ ਅਧੀਨ ਵਿਚਰ ਰਹੇ ਸੀ। ਠੀਕ ਹੈ ਜੀ। ਅਗਲੀ ਗੱਲ ਕਿ ਜੈਨ ਸਾਹਿਤ ਨੂੰ ਅਪਭ੍ਰੰਸ਼ ਸਾਹਿਤ, ਜਿਹੜਾ ਜੈਨ ਸਾਹਿਤ ਆ ਇਹ ਅਪਭ੍ਰੰਸ਼ ਜੋ ਪੁਰਾਣੀਆਂ ਬੋਲੀਆਂ ਹੁੰਦੀਆਂ ਸੀ, ਮੁੱਢ ਕਦੀਮ ਦੀਆਂ ਬੋਲੀਆਂ, ਜਿੱਥੋਂ ਪੰਜਾਬੀ
ਜਾਂ ਇਸ ਵਰਗੀਆਂ ਹਜ਼ਾਰਾਂ ਹੀ ਬੋਲੀਆਂ ਬਾਅਦ ਵਿੱਚ ਆਪਣਾ ਰੂਪ ਅਖਤਿਆਰ ਕਰਦੀਆਂ ਨੇ, ਉਹ ਅਪਭ੍ਰੰਸ਼। ਜੈਨ ਸਾਹਿਤ ਅਪਭ੍ਰੰਸ਼ ਦਾ ਮੁੱਢਲਾ ਸਾਹਿਤ ਮੰਨਿਆ ਜਾਂਦਾ। ਜਿਵੇਂ ਨਾਥ ਜੋਗੀਆਂ ਦਾ ਸਾਹਿਤ ਸੀਗਾ, ਇਸੇ ਤਰ੍ਹਾਂ ਹੀ ਜੈਨ ਸਾਹਿਤ ਨੂੰ ਵੀ ਅਪਭ੍ਰੰਸ਼ ਸਾਹਿਤ ਦਾ ਮੁੱਢ ਮੰਨਿਆ ਜਾਂਦਾ। ਠੀਕ ਹੈ ਜੀ, ਕਲੀਅਰ ਆ, ਕੋਈ ਡਾਊਟ ਨਹੀਂ। ਚਲੋ ਫਿਰ ਅੱਗੇ ਤੁਰਦੇ ਹਾਂ। ਜਿਹੜਾ ਇਹ ਨਾਥ ਜੋਗੀਆਂ ਦਾ ਸਾਹਿਤ ਸੀਗਾ, ਉਹਦੇ ਵਿੱਚ ਵੀ ਭੇਖ ਪਖੰਡ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਗਈ ਸੀ, ਲੋਕਾਂ ਨੂੰ ਸਿੱਖਿਅਤ ਕੀਤਾ ਗਿਆ ਸੀ, ਉਨਮਨ ਦੀ ਅਵਸਥਾ ਗ੍ਰਹਿਣ ਕਰਨ ਦੀ ਗੱਲ ਕੀਤੀ ਗਈ ਸੀ। ਇਸੇ ਤਰ੍ਹਾਂ ਹੀ ਜਿਹੜਾ ਜੈਨ ਸਾਹਿਤ ਆ, ਇਹਦੇ ਵਿੱਚ ਵੀ ਰਹੱਸਵਾਦੀ ਕਾਵਿ ਦੀ ਗੱਲ ਹੋਈ ਆ, ਇਹਦੇ ਵਿੱਚ ਚਰਿਤ ਕਾਵਿ ਦੀ ਗੱਲ ਹੋਈ ਆ, ਇਹਦੇ ਵਿੱਚ ਵੀ ਵਿਆਕਰਨ ਦੀ ਜਿਹੜੀ ਗੱਲ ਹੋਈ ਆ। ਇਹ ਇਹਨਾਂ ਦੇ ਵਿਸ਼ੇਸ਼ ਨੁਕਤੇ ਨੇ। ਅੱਗੇ ਤੁਰਦੇ ਹਾਂ। ਸਾਡੇ ਕੋਲ ਅਗਲਾ ਨੁਕਤਾ ਆ, ਅਗਲਾ ਪੁਆਇੰਟ ਆ ਕਿ ਇਹਨਾਂ ਜੈਨ ਸਾਹਿਤ ਦਾ ਆਧਾਰ ਬਣਨ ਵਾਲੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਨੇ। ਕਿਉਂਕਿ ਜੈਨ ਸਾਹਿਤ ਜਦੋਂ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਰਚਿਆ ਗਿਆ ਤਾਂ ਉਹਨਾਂ ਦਾ ਆਧਾਰ ਪੁਰਾਤਨ ਜਿਹੜੀਆਂ ਕਥਾਵਾਂ ਸੀ, ਗਥਾਵਾਂ ਸੀ, ਗ੍ਰੰਥ ਸੀਗੇ, ਰਚਨਾਵਾਂ ਸੀ, ਉਹ ਬਣੀਆਂ। ਉਹਨਾਂ ਵਿੱਚ ਰਾਮਾਇਣ, ਮਹਾਭਾਰਤ, ਪੁਰਾਣ, ਇਹਨਾਂ ਵਿੱਚ ਜਿਹੜੀਆਂ ਵੱਖ-ਵੱਖ ਕਥਾਵਾਂ ਆਈਆਂ, ਉਹ ਜੈਨ ਸਾਹਿਤ ਦਾ ਮੁੱਢ, ਜੈਨ ਸਾਹਿਤ ਦਾ ਆਧਾਰ, ਜਾਂ ਕਹਿ ਲਓ ਕਿ ਬੇਸ ਬਣੀਆਂ। ਠੀਕ ਹੈ ਜੀ, ਬੇਸ ਜਿਹੜਾ ਆ ਉਹ ਇਹ ਰਚਨਾਵਾਂ ਜੈਨ ਸਾਹਿਤ ਦਾ ਬਣੀਆਂ। ਉਹ ਬੇਸ਼ੱਕ ਪੰਜਾਬੀ ਦੀ ਰਚਨਾ ਹੋਵੇ, ਬੇਸ਼ੱਕ ਹਿੰਦੀ ਵਿੱਚ ਹੋਵੇ, ਜਾਂ ਕਿਸੇ ਹੋਰ ਭਾਸ਼ਾ ਵਿੱਚ ਜਾਂ ਭਾਸ਼ਾ ਦੇ ਵਿੱਚ ਹੋਵੇ। ਅੱਗੇ ਤੁਰਦੇ ਹਾਂ। ਜਿਹੜੇ ਪ੍ਰਮੁੱਖ ਜੈਨ ਕਵੀ ਹੋਏ ਨੇ, ਉਹਨਾਂ ਦੇ ਨਾਮ ਤੁਸੀਂ ਨੋਟ ਕਰ ਲਵੋ। ਥੋੜ੍ਹੇ ਜਿਹੇ ਔਖੇ ਆ ਪਰ ਫਿਰ ਵੀ ਨੋਟ ਕਰ ਲਵੋ। ਸਵਯੰਭੂ, ਸੱਸਾ ਵਾਵਾ, ਯਯ ਟਿੱਪੀ, ਭੱਬੇ ਦਲੈਂਕੜ। ਸਵਯੰਭੂ ਵਿਸ਼ੇਸ਼ ਆ। ਪੁਸ਼ਪ ਦੰਤ, ਵੈਰੀ ਇੰਪੋਰਟੈਂਟ, ਪੁਸ਼ਪ ਦੰਤ। ਵਿਨੈ ਚੰਦ, ਚੌਥਾ ਹੈਗਾ ਆ ਛਾਲੇ ਭੱਦਰ, ਸੂਰ। ਪੰਜਵਾਂ ਦੇਵਸੇਨ। ਛੇਵਾਂ ਆਸੁਗ। ਸੱਤਵਾਂ ਜਿਨ ਧਰਮਸੂਰ। ਅੱਠਵਾਂ ਵਿਜੈ ਸੈਨ ਸੂਰ, ਵਿਜੈ ਸੇਨ ਸੂਰ। ਅੱਗੇ ਸੁਮਤਰਾਣ। ਅਤੇ 10ਵਾਂ ਸਾਡੇ ਕੋਲ ਨਾਂ ਹੈ ਜੀ ਮੁਨ ਰਾਮ ਸਿੰਘ। ਮੁਨ ਰਾਮ ਸਿੰਘ ਆਦਿ 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 ਜਿਹੜੇ ਨੇ ਉਹ ਜੋ ਜੈਨੀ ਸਾਹਿਤ ਦੇ ਪ੍ਰਮੁੱਖ ਕਵੀ ਹੋਏ ਆ। ਠੀਕ ਹੈ ਜੀ। ਅਤੇ ਜਿਹੜਾ ਇੱਕ ਗ੍ਰੰਥ ਆ, ਵੈਰੀ ਇੰਪੋਰਟੈਂਟ ਗ੍ਰੰਥ ਹੈਗਾ ਆ ਜੀ ਪੌਮ ਚਰਿਤ। ਪੌਮ ਚਰਿਤ ਜਿਹੜਾ ਆ ਉਹ ਸਵਯੰਭੂ, ਸੱਸਾ ਵਾਵਾ, ਯਯ ਟਿੱਪੀ, ਭੱਬੇ ਦਲੈਂਕੜ, ਸਵਯੰਭੂ ਦੀ ਪ੍ਰਸਿੱਧ ਰਚਨਾ ਆ। ਗ੍ਰੰਥ ਦਾ ਨਾਂ ਪੌਮ ਚਰਿਤ। ਪੌਮ ਚਰਿਤ ਰਚਨਾ ਕਿਹਦੀ ਆ? ਸਵਯੰਭੂ ਦੀ। ਪ੍ਰਸਿੱਧ ਵਾ ਅਤੇ ਥੋੜ੍ਹੀ ਪ੍ਰਮਾਣਿਕ ਵੀ ਆ, ਮੰਨੀ ਜਾਂਦੀ ਆ, ਆਧਾਰ ਮੰਨਿਆ ਜਾਂਦਾ ਕਿ ਇਹ ਰਚਨਾ ਹੈਗੀ ਆ। ਅਤੇ ਇਸ ਗ੍ਰੰਥ ਨੂੰ ਲਿਖਣ ਵਾਸਤੇ ਜੋ ਆਧਾਰ ਗ੍ਰੰਥ ਬਣਿਆ, ਜੋ ਆਧਾਰ ਰਚਨਾ ਬਣੀ ਆ, ਉਹ ਸੀ ਜੀ ਹਰਿਵੰਸ਼ ਪੁਰਾਣ। ਹਰਿਵੰਸ਼ ਪੁਰਾਣ ਜਿਹੜਾ ਆ ਇਸ ਰਚਨਾ ਨੂੰ ਲਿਖਣ ਲਈ ਆਧਾਰ ਬਣਿਆ। ਪੌਮ ਚਰਿਤ ਸਵਯੰਭੂ ਦੀ ਇਹ ਲਿਖਤ ਆ, ਜਿਹਦੇ ਬਾਰੇ ਆਪਾਂ ਚਰਚਾ ਹੁਣ ਕੀਤੀ ਆ। ਅੱਗੇ ਤੁਰਦੇ ਹਾਂ ਕਿ ਸਵਯੰਭੂ, ਕਿਉਂਕਿ ਲੇਖਕ ਆਪਣੇ ਆਪ ਵਿੱਚ ਬੜਾ ਮਹਾਨ ਆ। ਸਵਯੰਭੂ ਨੂੰ ਅਪਭ੍ਰੰਸ਼ ਦਾ ਵਾਲਮੀਕ ਮੰਨਿਆ ਜਾਂਦਾ। ਰਿਸ਼ੀ ਵਾਲਮੀਕ ਹੋਏ ਨੇ, ਜਿਹਨੂੰ ਕਹਿੰਦੇ ਕਿ ਰਾਮਾਇਣ ਦੀ ਰਚਨਾ ਕੀਤੀ। ਜਿਨ੍ਹਾਂ ਨੇ ਰਾਮਾਇਣ ਦੀ ਰਚਨਾ ਕਰਨ ਵਾਲਾ ਰਿਸ਼ੀ ਵਾਲਮੀਕ ਸੀ, ਸ਼੍ਰੀ ਵਾਲਮੀਕ ਸੀ। ਅਤੇ ਸਵਯੰਭੂ ਨੂੰ ਅਪਭ੍ਰੰਸ਼ ਦਾ ਵਾਲਮੀਕ ਮੰਨਿਆ ਜਾਂਦਾ। ਕਲੀਅਰ ਹੈ, ਡਾਊਟ ਨਹੀਂ ਨਾ, ਇਹ ਬਹੁਤ ਇੰਪੋਰਟੈਂਟ। ਅੱਗੇ ਪੁਸ਼ਯ ਦੰਤ। ਪੁਸ਼ਯ ਦੰਤ ਨੂੰ ਅਪਭ੍ਰੰਸ਼ ਦਾ ਵੇਦ ਵਿਆਸ ਮੰਨਿਆ ਜਾਂਦਾ। ਅਤੇ ਪੁਸ਼ਯ ਦੰਤ ਨੇ ਕ੍ਰਿਸ਼ਨ ਕਾਵਿ ਕਰਕੇ ਜਿਹੜੀ ਪ੍ਰਸਿੱਧੀ ਹਾਸਲ ਕੀਤੀ। ਇਹਨਾਂ ਨੇ ਕ੍ਰਿਸ਼ਨ ਕਾਵਿ ਨੂੰ ਆਧਾਰ ਬਣਾ ਕੇ ਆਪਣੀਆਂ ਰਚਨਾਵਾਂ ਦੀ ਸਿਰਜਣਾ ਕੀਤੀ ਸੀ। ਪੁਸ਼ਯ ਦੰਤ ਨੂੰ ਅਪਭ੍ਰੰਸ਼ ਦਾ ਵੇਦ ਵਿਆਸ ਮੰਨਿਆ ਜਾਂਦਾ। ਹੁਣ ਵੇਦ ਵਿਆਸ ਕੌਣ ਸੀ? ਰਿਸ਼ੀ ਵੇਦ ਵਿਆਸ ਨੇ ਮੰਨਿਆ ਜਾਂਦਾ ਕਿ ਮਹਾਭਾਰਤ ਦੀ ਰਚਨਾ ਕੀਤੀ ਸੀ। ਮਹਾਭਾਰਤ ਜਿਹੜਾ ਮਹਾਕਾਵਿ ਆ, ਉਹਦੀ ਰਚਨਾ ਕੀਤੀ ਸੀ ਰਿਸ਼ੀ ਵੇਦ ਵਿਆਸ ਨੇ। ਅਤੇ ਅਪਭ੍ਰੰਸ਼ ਦਾ ਰਿਸ਼ੀ ਵੇਦ ਵਿਆਸ ਪੁਸ਼ਯ ਪਦੰਤ ਨੂੰ ਮੰਨਿਆ ਜਾਂਦਾ। ਠੀਕ ਹੈ ਜੀ। ਅੱਗੇ ਤੁਰਦੇ ਹਾਂ ਕਿ ਕੁਝ ਰਚਨਾਵਾਂ, ਪ੍ਰਮੁੱਖ ਰਾਈਟਰ, 2-3 ਰਚਨਾਵਾਂ ਦਾ ਨਾਮ ਲਊਂਗਾ, ਜ਼ਿਕਰ ਕਰੂੰਗਾ, ਕਿਉਂਕਿ ਪੰਜਾਬੀ ਦੇ ਵਿੱਚ ਅਪਭ੍ਰੰਸ਼ ਦੇ ਵਿੱਚ ਬਹੁਤ ਰੇਅਰ ਜਿਹੜੀਆਂ ਜੈਨ ਸਾਹਿਤ ਦੀਆਂ ਕਿਤਾਬਾਂ ਆ, ਰਚਨਾਵਾਂ ਆ, ਉਹ ਮਿਲਦੀਆਂ ਨੇ।
ਧਨਪਾਲ ਦੀ ਰਚਨਾ ਹੈਗੀ ਆ ਜੀ ਭਵਿਸ਼ਯਤਰ ਕਥਾ। ਭਵਿਸ਼ਯਤਰ ਕਥਾ ਜਿਹੜੀ ਆ ਉਹ ਧਨਪਾਲ ਦੀ ਰਚਨਾ ਆ। ਇਸੇ ਤਰ੍ਹਾਂ ਹੀ ਜੋਏ ਦੂਤ ਦੀ ਰਚਨਾ ਹੈਗੀ ਆ ਪਰਮਾਤਮਾ ਪ੍ਰਕਾਸ਼। ਜੋਏ ਦੂਤ ਦੀ ਰਚਨਾ ਹੈਗੀ ਆ ਪਰਮਾਤਮਾ ਪ੍ਰਕਾਸ਼। ਤੇ ਹਿੰਦੀ ਸਾਹਿਤ ਦੇ ਵਿੱਚ ਜਿਹੜਾ ਜੈਨ ਸਾਹਿਤ ਆ ਇਹ ਬਹੁਤ ਜ਼ਿਆਦਾ ਆ। ਹਿੰਦੀ ਸਾਹਿਤ ਨੂੰ ਅਮੀਰ ਕਰਨ ਵਾਸਤੇ ਜੈਨ ਸਾਹਿਤ ਲੇਖਕਾਂ ਨੇ ਆਪਣਾ ਜਿਹੜਾ ਵੱਡੀ ਭੂਮਿਕਾ ਨਿਭਾਈ। ਪਰ ਜੈਨ ਸਾਧੂਆਂ ਨੇ ਪੁਰਾਤਨ ਪੰਜਾਬੀ ਜਾਂ ਅਪਭ੍ਰੰਸ਼ ਵਿੱਚ ਵੀ ਚੋਖਾ ਸਾਹਿਤ ਜਿਹੜਾ ਆ ਉਹ ਰਚਿਆ। ਉਹਦੇ ਵੱਖ-ਵੱਖ ਖੰਡ ਸੀ, ਵੱਖ-ਵੱਖ ਢੰਗ ਸੀ। ਮਹਾਕਾਵ ਰਚੇ, ਖੰਡ ਕਾਵ ਰਚੇ, ਧਾਰਮਿਕ ਕਾਵ ਰਚੇ, ਰੂਪ ਸਾਹਿਤ, ਕਥਾ ਸਾਹਿਤ, ਗੱਦ ਸਾਹਿਤ, ਵੱਖ-ਵੱਖ ਜਿਹੜੇ ਨੇ ਇਹ ਜੈਨ ਜਿਹੜੇ ਕਵੀ ਸੀ ਉਹਨਾਂ ਨੇ ਰਚਨਾਵਾਂ ਲਿਖੀਆਂ। ਆਪਾਂ ਅੱਜ ਇੱਕ ਕਿਤਾਬ ਦੀ ਗੱਲ ਕਰਨੀ ਆ ਕਿਉਂਕਿ ਗੱਲਾਂ ਕਾਫੀ ਨਵੀਆਂ ਨੇ, ਇਸ ਕਰਕੇ ਆਪਾਂ ਸੰਖੇਪ ਵਿੱਚ ਇੱਕ ਕਿਤਾਬ ਦੀ ਗੱਲ ਕਰਾਂਗੇ। ਉਸ ਦਾ ਅਗਲਾ ਭਾਗ ਅਗਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਤੁਰਾਂਗੇ। ਰਾਸੋ ਸਾਹਿਤ ਪਹਿਲਾਂ ਆਪਾਂ ਸਮਝ ਲਈਏ। ਰਾਸੋ ਸਾਹਿਤ ਬਾਰੇ ਕਿਹਾ ਜਾਂਦਾ ਕਿ ਕੁਝ ਵਿਦਵਾਨ ਕਹਿੰਦੇ ਆ ਕਿ ਰਾਸੋ ਪਰੰਪਰਾ ਨੂੰ ਵੀਰ ਗਾਥਾ ਕਾਵ, ਕਿ ਇਹ ਵੀਰ ਗਾਥਾ ਕਾਵ ਆ। ਜਿਹੜਾ ਰਾਸੋ ਸਾਹਿਤ ਆ ਇਹ ਵੀਰ ਗਾਥਾ ਕਾਵ ਹੁੰਦਾ। ਅਗਲੀ ਗੱਲ, ਇੱਕ ਵਿਦਵਾਨ ਆ ਪੰਡਿਤ ਚੰਦਰਕਾਂਤ ਬਾਨੀ, ਉਹਨਾਂ ਨੇ ਕਥਨ ਦਿੱਤਾ। ਕਥਨ ਹੂਬਹੂ ਮੈਂ ਤੁਹਾਨੂੰ ਦੱਸਣ ਲੱਗਾ, ਤੁਸੀਂ ਨੋਟ ਕਰ ਲਵੋ, ਪੇਪਰ ਦੇ ਵਿੱਚ ਆਉਂਦਾ ਕਿ ਇਹ ਕਥਨ ਕਿਸ ਦਾ ਹੈ, ਤੁਸੀਂ ਉੱਤਰ ਦੇ ਸਕਦੇ ਹੋ। ਪੰਡਿਤ ਚੰਦਰਕਾਂਤ ਬਾਨੀ ਦਾ ਕਥਨ, ਹੁਣ ਤੱਕ ਇਹ ਨਿਰਣਾ ਨਹੀਂ ਕੀਤਾ ਜਾ ਸਕਿਆ, ਹੁਣ ਤੱਕ ਇਹ ਨਿਰਣਾ ਨਹੀਂ ਕੀਤਾ ਜਾ ਸਕਿਆ ਰਾਸੋ ਸ਼ਬਦ ਦਾ ਮੂਲ ਕੀ ਹੈ, ਅਰਥ ਕੀ ਹੈ, ਇਹ ਕਿੱਥੋਂ ਬਣਿਆ। ਗਿਆਨ ਸ਼ਬਦ ਤੋਂ, ਰਾਸਕ ਸ਼ਬਦ ਤੋਂ, ਰਾਸ ਸ਼ਬਦ ਤੋਂ, ਇਹ ਵੱਖ-ਵੱਖ ਗਿਆਨ ਤੋਂ ਬਣਿਆ ਕਹਿੰਦੇ, ਰਾਸਕ ਤੋਂ ਬਣਿਆ ਜਾਂ ਰਾਸ ਤੋਂ ਬਣਿਆ। ਰਾਸੋ ਸ਼ਬਦ ਦੀ ਵਿਉਂਤਪੱਤੀ ਦੱਸੀ ਜਾਂਦੀ ਹੈ। ਗਿਆਨ ਦਾ, ਗਿਆਨ ਨੌਲੇਜ ਜਿਹਨੂੰ ਆਪਾਂ ਕਹਿੰਦੇ ਹਾਂ, ਗਿਆਨ ਦਾ ਅਪਭ੍ਰੰਸ਼ ਰਸਾਇਣ ਜਾਂ ਰਸਾਇਣ, ਰਾਰਾ ਸੱਸੇ ਕੰਨਾ ਈੜੀ ਨੂੰ ਸਿਹਾਰੀ ਨੰਨਾ, ਜਾਂ ਰਾਰਾ ਸੱਸੇ ਨੂੰ ਕੰਨਾ ਆੜਾ ਨੰਨਾ, ਰਸਾਇਣ ਦੀ ਸੁਬੋਧ ਕਲਪਨਾ ਤਾਂ ਕੀਤੀ ਜਾ ਸਕਦੀ ਹੈ। ਰਾਸੋ ਦੀ ਜਿਹੜੀ ਕਲਪਨਾ ਆ ਉਹ ਕਰਨੀ ਜਿਹੜੀ ਆ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇਸ ਸਥਾਨ 'ਤੇ ਔਖੀ ਨਹੀਂ ਹੈਗੀ। ਉਹ ਕੀ ਲਿਖਦੇ ਨੇ ਆਪਾਂ ਪੜ੍ਹਦੇ ਹਾਂ ਕਿ ਰਾਸੋ ਦੀ ਔਖੀ ਕਲਪਨਾ ਲਈ ਸਥਾਨ ਨਹੀਂ ਹੈ। ਆਪਾਂ ਇਹਦਾ ਅਰਥ ਬਹੁਤ ਔਖਾ ਕੱਢੀਏ, ਇਹੋ ਜਿਹਾ ਆਪਾਂ ਸਾਹਿਤ ਦੇ ਵਿੱਚ ਨਹੀਂ ਕਰ ਸਕਦੇ। ਇਹ ਸਾਡੇ ਵਿਦਵਾਨ ਕਹਿ ਰਹੇ ਨੇ। ਇਹ ਵਿਦਵਾਨ ਜਿਹੜੇ ਨੇ ਚੰਦਰਕਾਂਤ ਬਾਨੀ ਜੀ ਨੇ, ਠੀਕ ਹੈ ਜੀ। ਉਹ ਅੱਗੇ ਲਿਖਦੇ ਆ, ਰਾਸਕ ਇਹ ਗਿਆ, ਗੱਗਾ ਲਾਮ ਯਈਆ, ਗਿਆ ਕਾਵ ਹੁੰਦਾ ਹੈ। ਰਾਸਕ ਏਕ ਜਾਂ ਇੱਕ, ਰਾਸਕ ਇੱਕ, ਗਿਆ ਕਾਵ ਹੁੰਦਾ ਹੈ। ਅਤੇ ਰਾਸੋ ਇੱਕ ਨ੍ਰਿਤ ਜਾਂ ਨ੍ਰਿਤਯ ਕਾਵ, ਜਿਹਨੂੰ ਆਪਾਂ ਕਥਕਲੀ ਕਹਿੰਦੇ ਆ, ਹੁੰਦਾ ਹੈ। ਦੇਖੋ, ਰਾਸਕ ਰਾਰੇ ਕੰਨਾ ਸੱਸਾ ਕੱਕਾ, ਰਾਸਕ ਇੱਕ ਗਿਆ ਕਾਵ, ਗੱਗੇ ਲਾਮ ਯਈਆ ਕਾਵ ਹੁੰਦਾ ਹੈ। ਅਤੇ ਰਾਸੋ, ਰਾਸਕ ਤੇ ਰਾਸੋ ਵਿੱਚ ਡਿਫਰੈਂਟ ਆ, ਫਰਕ ਆ। ਰਾਸੋ ਇੱਕ ਨ੍ਰਿਤ ਜਿਹਨੂੰ ਆਪਾਂ ਡਾਂਸ ਕਹਿੰਦੇ ਆ, ਜਾਂ ਨ੍ਰਿਤਯ ਕਾਵ ਜਿਹਨੂੰ ਆਪਾਂ ਕਥਕਲੀ ਕਹਿੰਦੇ ਆ, ਹੁੰਦਾ ਹੈ। ਇਹ ਕਹਿ ਰਹੇ ਨੇ ਚੰਦਰਕਾਂਤ ਜੀ, ਠੀਕ ਹੈ ਜੀ। ਅੱਗੇ ਤੁਰਦੇ ਹਾਂ। ਉਹ ਕਹਿੰਦੇ ਕਿ ਰਾਸਕ ਰਾਹ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ, ਰਾਸੋ ਦੀ ਨਹੀਂ। ਮਤਲਬ ਕਿ ਜਿਹੜਾ ਰਾਸਕ ਵਾ ਇਹ ਹੋ ਸਕਦਾ ਕਿ ਰਾਸੋ ਸਾਹਿਤ ਦਾ ਆਧਾਰ ਹੋਵੇ, ਜਦ ਕਿ ਰਾਸੋ ਨਹੀਂ, ਕਿਉਂਕਿ ਰਾਸੋ ਦਾ ਸੰਬੰਧ ਨ੍ਰਿਤ ਨਾਲ ਆ, ਕਥਕਲੀ ਨਾਲ ਆ। ਅੱਗੇ ਤੁਰਦੇ ਹਾਂ ਕਿ ਇਸ ਲਈ ਰਾਸਕ ਰਸਾਓ ਤੋਂ ਰਾਸੋ ਬਣਿਆ। ਰਾਸਕ ਰਾਸੋ ਤੇ ਰਾਸੋ ਤੋਂ ਰਾਸੋ ਜਿਹੜਾ ਇਹ ਬਣ ਗਿਆ। ਦੀ ਵਿਉਂਤਪੱਤੀ ਵਿਆਕਰਨ ਦੇ ਅਨੁਸਾਰ ਠੀਕ ਹੈ। ਇਹਨੂੰ ਮੈਂ ਸਕਰੀਨ ਤੇ ਤੁਹਾਨੂੰ ਦਿਖਾ ਦੂੰਗਾ। ਰਾਰੇ ਕੰਨਾ ਸੱਸਾ ਕੱਕਾ ਰਾਸਕ, ਰਾਰਾ ਕੰਨਾ ਸੱਸਾ ਆੜਾ ਰਸਾ, ਰਾਰਾ ਕੰਨਾ ਸੱਸਾ ਊੜੇ ਦਾ ਮੂੰਹ ਖੁੱਲਾ ਰਸਾਓ ਤੋਂ ਸ਼ਬਦ ਬਣਿਆ ਰਾਰੇ ਨੂੰ ਕੰਨਾ ਸੱਸੇ ਊੜਾ ਰਾਸੋ, ਠੀਕ ਹੈ ਜੀ। ਜਿਵੇਂ ਤੁਹਾਨੂੰ ਸਕਰੀਨ ਤੇ ਵੀ ਤੁਸੀਂ ਹੁਣ ਦੇਖ ਸਕਦੇ ਹੋ। ਅੱਗੇ ਤੁਰਦੇ ਹਾਂ। ਪ੍ਰਿਥਵੀ ਰਾਜ ਰਾਸੋ ਨੂੰ ਗਿਆ ਕਾਵ ਦਾ ਕਾਵ ਕਹਿਣਾ ਜਾਂ ਕਹਿਣ ਵਿੱਚ ਕੋਈ ਵੀ ਆਪੱਤੀ ਨਹੀਂ ਦਿਸਦੀ। ਪ੍ਰਿਥਵੀ ਰਾਜ ਰਾਸੋ ਨੂੰ ਗਿਆ ਗੱਗੇ ਲਾਮ ਯਈਆ ਕਾਵ ਕਹਿਣ ਵਿੱਚ
ਕੋਈ ਆਪੱਤੀ ਨਹੀਂ ਦਿਸਦੀ, ਸਾਡੇ ਵਿਚਾਰ ਵਿੱਚ ਰਾਸੋ ਸ਼ਬਦ ਹੁਣ ਵਿਉਤਪੱਤੀ ਨਿਰਲੇਪ ਗੂੜ ਪੱਧਰ ਤੇ ਪੁੱਜ ਰਿਹਾ ਹੈ, ਜਿਸ ਦਾ ਅਰਥ ਵੀਰ ਕਾਵ ਦਾ ਬੋਧ ਕਰਾਉਂਦਾ ਹੈ। ਮਤਲਬ ਕਿ ਰਾਸੋ ਦਾ ਅਰਥ ਜਿਹੜਾ ਆ ਵੀਰ ਕਾਵ ਨਾਲ ਓਤ-ਪੋਤ ਆ। ਕਲੀਅਰ ਹੈ? ਇਹ ਜੀ ਕਿਤਾਬ ਦਾ ਤੁਸੀਂ ਨਾਮ ਨੋਟ ਕਰ ਲਵੋ, ਜਿਹੜੀ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਹੋਈ ਆ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਮੈਂ ਹਵਾਲੇ ਤੋਂ ਬਿਨਾਂ ਗੱਲ ਨਹੀਂ ਕਰਦਾ। किताब का नाम नोट करो, पंजाब प्रांतीय हिंदी साहित्य का इतिहास। पंजाब प्रांतीय हिंदी साहित्य का इतिहास, पन्ना नंबर नोट करो 112 के उपर लिखिया होया आ। राइटर का नाम पंडित चंद्रकांत मानी जी आ। ठीक है जी, ये कथन उन्हों का सी, रैलेवेंट आ, तुसी किताब पढ़ सकते हो, वाच सकते हो, वेरी वेरी इंपॉर्टेंट। अगे आप तुरदे हैं जी पहली किताब वाल, जिहदा आपां जिक्र करना अज, पृथ्वी राज रासो। ये किताब का नाम आ ते इहदा करता जिहड़ा आ, इहदा लेखक जिहड़ा आ वो है जी चंद बरदाई। वेरी इंपॉर्टेंट, चंद बरदाई। चंद नूं चांद भी कह दिंदे आ। ठीक है जी। ते कुछ विद्वान इनू प्रमाणिक मानते आ, कुछ विद्वान जिहड़े आ वो इनू अप्रमाणिक जां अर्ध प्रमाणिक जिहड़ी रचना कह दिंदे आ। अर्ध प्रमाणिक मतलब कि मानते भी आ कि नहीं भी मानते। ठीक है जी। परंपरा अनुसार चांद जिहड़ा सीगा जां आपां चंद बरदाई जिहनूं कहने आ, चांद पृथ्वी राज चौहान का समकाली सी। पृथ्वी राज चौहान जिहड़ा राजा होया उहदा समकाली सी। चांद दरबारी कवि सी, पृथ्वी राज चौहान का मित्र सी, सेना नायक सी ते कवि सी। ठीक है जी, क्योंकि दरबारी कवि उहदा ही सी। अगे तुरदे हां। कहा जाता है कि जद सहाबुद्दीन गौरी ने पृथ्वी राज नूं कैदी बना के गजनी लै जाता है तो चंद जां चांद, राइटर जिहड़ा चंद जां चांद भी उहदे नाल गया। देखो गौरी जदों पृथ्वी राज चौहान नूं गिरफ्तार करदा, अरैसट करदा, अपना गुलाम बना के, अपना कैदी बना के गजनी लैके जाता, तो ये कवि चांद भी उसदे नाल जाता। ये भी कहा जाता है कि चांद ने तीर मार के, चांद ने तीर मार के गौरी नूं मार दिता ते अपने राजे पृथ्वी राज चौहान नूं छुड़ा के लै आया। ये मन्निया जाता है। ठीक है जी, ये कुछ कथावां ने। अगे तुरदे हां। पर प्रोफैसर वूलर अनुसार, ये प्रसिद्ध प्रोफैसर विद्वान आ, प्रोफैसर वूलर के अनुसार पृथ्वी राज रासो विच चंद का किधरे भी कोई जिक्र नहीं मिलता। प्रोफैसर वूलर कहता कि ये चांद जां चंद बरदाई जिहड़े ने इन्हां दी गल पृथ्वी राज गासो दे विच किते जिक्र तक नहीं आउंदा, ना तक नहीं आउंदा, वो ये कहते हैं। पर ओझा अते किशमेंद्र नां दे विद्वान जिहड़े ने वो कहते हैं कि कवि का नाम चंद्रक हैगा आ। इहदे विच चंद्रक कवि का नाम आ। कौन कहते हैं? ओझा ते किशमेंद्र। वो कहते कि इस किताब के राइटर का नाम चंद्रक मिलता है। अगे तुरदे हां। हमीर काव्य विच 15वीं सदी के चौहान वंश का पूरा वेरवा मिलता, पर चंद जां चांद का जिक्र नहीं आता। हमीर काव्य दे विच ये भी प्रसिद्ध उस समय की रचना सी, उहदे विच भी इस राइटर का बहुता जिक्र नहीं मिलता। ये भी मन्निया जाता है कि हो सकता कि जिहड़ा हमीर काव्य आ वो इस कवि नाल जेलसी करते होण, ईरखा करते होण, नफरत करते होण, इस करके उसका जिक्र ना किया हो, ये मन्निया जाता। ठीक है जी, ये भी किताबां दे विच गल आउंदी आ। अगे तुरदे हां। पृथ्वी राज रासो दे 4 संस्करण मिलते आ, इस करके ये रैलेवेंट तो है। पहला नागरी प्रचारिणी सभा वालों 16,303 छंदां वाला जिहड़ा संस्करण आ वो मिलता। दूजा अबोहर ते बीकानेर के पुस्तकालयां विच, पुस्तकालय हुंदे लाइब्रेरी विच पिया 7,000 छंदां वाला आप प्रकाशित ग्रंथ जिहड़ा आ वो मिलता आ। तीजा 3500 छंदां वाली बीकानेरी परत जिहड़ी आ वो मिलती आ। ये तीजा संस्करण इस ग्रंथ का मिलता है। चौथा जिन्हों के वधेरे प्रमाणिक मन्निया गया, सब तो छोटा 1300 छंदां का ग्रंथ जिहड़ा आ वो मिलता है। ठीक है जी, ये जिहड़ा ग्रंथ आ ये वेरी इंपॉर्टेंट आ, क्योंकि इस बारे साहित्य विच वार-वार जिहड़ा जिक्र आउंदा आ। अगे तुरदे आपां। रासो का प्रचलित अर्थ जिहड़ा सीगा आपां कर चुके हैं, वीर काव हुंदा।
ਰਾਸੋ ਸ਼ਬਦ ਦਾ ਅਰਥ ਵੀਰ ਕਾਵ ਹੁੰਦਾ ਆ। ਆਪਾਂ ਗੱਲ ਮੁਕਾਉਂਦੇ ਆ ਕਿਉਂਕਿ ਇਸ ਲੈਕਚਰ ਵਿੱਚ ਬਹੁਤਾ ਨਵਾਂ ਆ, ਹੋ ਸਕਦਾ ਕਿ ਤੁਹਾਨੂੰ 2-3 ਵਾਰ ਸੁਣਨਾ ਪਵੇ, ਇਸ ਕਰਕੇ ਛੋਟਾ ਰੱਖ ਰਹੇ ਹਾਂ। ਚੰਦ ਬਰਦਾਈ ਰਾਸੋ ਸਾਹਿਤ ਵਿੱਚ ਪ੍ਰਮੁੱਖ ਨਾਮ ਪ੍ਰਿਥਵੀ ਰਾਜ ਚੌਹਾਨ ਦੇ ਦਰਬਾਰੀ ਕਵੀ ਚਾਂਦ ਬਰਦਾਈ ਵੱਲੋਂ ਲਿਖਿਆ ਦੱਸਿਆ ਜਾਂਦਾ ਹੈ। ਇੱਕੋ ਇੱਕ ਗ੍ਰੰਥ ਪ੍ਰਿਥਵੀ ਰਾਜ ਗਾਸੋ ਹੀ ਪੰਜਾਬੀ ਦੇ ਘੇਰੇ ਵਿੱਚ ਆਉਂਦਾ ਆ। ਇੱਕੋ ਇੱਕ ਜੈਨੀ ਸਾਹਿਤ ਦਾ ਇਹ ਗ੍ਰੰਥ ਜਿਹੜਾ ਆ ਪ੍ਰਿਥਵੀ ਰਾਜ ਰਾਸੋ ਹੀ ਪੰਜਾਬੀ ਦੇ ਘੇਰੇ ਵਿੱਚ ਆਉਂਦਾ ਹੈ। ਪਰ ਇਸ ਤੋਂ ਅੱਗੇ ਆਪਾਂ ਗੱਲ ਕਰਨੀ ਆ ਅਗਲੇ ਲੈਕਚਰਾਂ ਵਿੱਚ, ਇਸ ਕਰਕੇ ਇਹ ਗੱਲ ਇੱਥੇ ਮੁੱਕੀ ਨਹੀਂ, ਅੱਗੇ ਆਪਾਂ ਤੁਰਾਂਗੇ। ਜੈਨ ਸਾਹਿਤ ਨਾਲ ਸੰਬੰਧਿਤ ਆਪਾਂ ਹੋਰ ਨੁਕਤਿਆਂ ਨੂੰ ਵੇਖਣਾ ਆ, ਹੋਰ ਕਿਤਾਬਾਂ ਬਾਰੇ ਗੱਲ ਕਰਨੀ ਆ। ਜਿੱਥੇ ਆਪਾਂ ਪਦ ਰਚਨਾਵਾਂ ਦੀ ਗੱਲ ਕਰਦੇ ਹਾਂ ਉੱਥੇ ਗਦ ਰਚਨਾਵਾਂ ਦੀ ਗੱਲ ਕਰਾਂਗੇ। ਜਿੱਥੇ ਆਪਾਂ ਕਾਵ ਰਚਨਾਵਾਂ ਦੀ ਗੱਲ ਕਰਦੇ ਹਾਂ ਉੱਥੇ ਆਪਾਂ ਵਾਰਤਕ ਰਚਨਾਵਾਂ ਦੀ ਗੱਲ ਕਰਾਂਗੇ। ਜਿੱਥੇ ਆਪਾਂ ਨਜ਼ਮ ਦੀ ਗੱਲ ਕਰਦੇ ਹਾਂ ਉੱਥੇ ਆਪਾਂ ਨਸਰ ਦੀ ਵੀ ਗੱਲ ਕਰਾਂਗੇ। ਠੀਕ ਹੈ ਜੀ। ਇਸ ਕਰਕੇ ਆਪਾਂ ਪੋਇਟਰੀ ਤੋਂ ਪ੍ਰੋਜ਼ ਤੱਕ ਸਾਰਾ ਕੁਛ ਘੋਖਣਾ ਆ, ਸਾਰੇ ਹੀ ਕਾਲਾਂ ਵਿੱਚ ਘੋਖਣਾ ਆ, ਕਾਹਲ ਨਹੀਂ ਕਰਨੀ। ਇੱਕ ਗੱਲ ਹੋਰ, ਤੁਸੀਂ ਕੁਝ ਦੋਸਤ ਕਹਿੰਦੇ ਆ ਕਿ ਇੱਕ ਦਿਨ ਦੇ ਵਿੱਚ ਇੱਕ ਲੈਕਚਰ ਭੇਜੋ। ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਸਿਲੇਬਸ ਬਹੁਤ ਜ਼ਿਆਦਾ, ਹੁਣ ਅਸੀਂ 2 ਲੈਕਚਰ ਭੇਜ ਰਹੇ ਹਾਂ, ਇਹਨੂੰ ਤੁਸੀਂ ਆਪਣੇ ਅਨੁਸਾਰ ਸੁਣ ਸਕਦੇ ਹੋ ਜਦੋਂ ਤੁਹਾਡਾ ਮਨ ਕਰਦਾ, ਕਿਉਂਕਿ ਲਾਈਵ ਦੇ ਵਿੱਚ ਤਾਂ ਇਹ ਹੁੰਦਾ ਨਾ ਤੁਹਾਨੂੰ ਐਟ ਏ ਟਾਈਮ ਜੁੜਨਾ ਪਊਗਾ। ਅਸੀਂ ਤੁਹਾਨੂੰ ਲੈਕਚਰ ਇਸੇ ਕਰਕੇ ਮੁਹੱਈਆ ਕਰਵਾ ਰਹੇ ਹਾਂ ਕਿ ਤੁਸੀਂ ਆਪਣੇ ਸਮੇਂ ਦੇ ਅਨੁਸਾਰ ਵੇਖ ਸਕਦੇ ਹੋ। ਪਰ ਡਾਊਟ ਸੈਸ਼ਨ ਜਿਹੜਾ ਆ ਜਿਹਦੇ ਵਿੱਚ ਤੁਸੀਂ ਆਪਣੇ ਡਾਊਟ ਕਲੀਅਰ ਕਰਨੇ ਹੁੰਦੇ ਉਹ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਰੋਜ਼ਾਨਾ ਹੁੰਦਾ। ਇਹ ਹੁਣ ਤਾਂ ਸੰਭਵ ਹੈਗਾ, ਹੁਣ ਤੁਸੀਂ ਮੌਕਾ ਸਮਝ ਸਕਦੇ ਹੋ। ਦੂਜੀ ਗੱਲ, ਕੋਈ ਦੋਸਤ ਕਹਿੰਦੇ ਕਿ PDF ਤਿਆਰ ਕਰਕੇ ਸਾਨੂੰ ਭੇਜੋ। ਦੇਖੋ ਜੀ, ਇੱਕ ਤਾਂ PDF ਤਿਆਰ ਕਰਨ ਵਾਸਤੇ ਟਾਈਪ ਕਰਨਾ ਪੈਣਾ ਮਟੀਰੀਅਲ, ਉਹ ਬਹੁਤ ਔਖਾ। ਦੂਜਾ, PDF ਦਾ ਸਾਈਜ਼ ਏਡਾ ਕੁ ਹੋ ਸਕਦਾ ਆ ਕਿ ਸਾਡੇ ਕੋਲੋਂ ਭੇਜਿਆ ਨਾ ਜਾ ਸਕੇ ਗਰੁੱਪ ਦੇ ਵਿੱਚ, WhatsApp ਦੇ ਵਿੱਚ। ਤੀਜੀ ਗੱਲ ਹੈਗੀ ਆ ਕਿ ਰੈਲੇਵੈਂਟ ਮਟੀਰੀਅਲ ਨੂੰ ਏਡੀ ਜਲਦੀ ਕਰਕੇ ਟਾਈਪ ਤੁਹਾਡੇ ਤੱਕ ਪਹੁੰਚਦਾ ਕਰੀਏ, ਬਹੁਤ ਮੁਸ਼ਕਲ ਆ, ਸਾਡੇ ਰੁਝੇਵੇਂ ਬਹੁਤ ਨੇ। ਅਗਲੀ ਗੱਲ, ਕੁਝ ਦੋਸਤ ਇਹ ਇੱਛਾ ਰੱਖਦੇ ਆ ਕਿ ਲਾਈਵ ਕਲਾਸ ਲਾਈ ਜਾਵੇ। ਵੇਖੋ, ਹੋ ਸਕਦਾ ਕਿ ਤੁਹਾਡੇ ਕੋਲ ਸਮਾਂ ਹੋਵੇ, ਸਾਰਿਆਂ ਕੋਲ ਇੱਕੋ ਸਮੇਂ ਫ੍ਰੀ ਨਾ ਹੋਣ, ਇਸ ਕਰਕੇ ਅਸੀਂ ਲਾਈਵ ਕਲਾਸ ਲਈ ਥੋੜ੍ਹਾ ਜਿਹਾ ਗੁਰੇਜ਼ ਕਰਦੇ ਹਾਂ। ਪਰ ਪੇਪਰ ਤੁਹਾਡਾ ਟੈਸਟ ਜਿਹੜਾ ਆ ਹਰ ਐਤਵਾਰ ਨੂੰ 2 ਵਜੇ ਲਾਈਵ ਲਿਆ ਜਾਂਦਾ ਆ, ਉਹ ਤੁਸੀਂ ਜ਼ਰੂਰ ਜੁੜਿਆ ਕਰੋ। ਅਗਲੀ ਗੱਲ ਕਿ ਅਕੈਡਮੀਆਂ ਕੋਲੋਂ 15-15, 20-20, 25-25, 30-30 ਹਜ਼ਾਰ ਦੇ ਕੇ ਜਿਹੜੇ ਤੁਸੀਂ ਨੋਟਸ ਲੈਂਦੇ ਹੋ ਉਹ ਵੀ ਇਹ ਲੈਕਚਰ ਹੀ ਸੁਣਦੇ ਆ, ਤੁਸੀਂ ਵੀ ਇਹੀ ਸੁਣਦੇ ਹੋ। ਤਾਂ ਤੁਸੀਂ ਆਪ ਲਿਖ ਦਿਆ ਕਰੋ, ਜਿੱਥੋਂ ਨਹੀਂ ਸਮਝ ਆਉਂਦਾ ਸਾਡੇ ਨਾਲ ਸੰਪਰਕ ਕਰੋ, ਸਾਡੇ ਨਾਲ ਡਾਊਟ ਸੈਸ਼ਨ ਵਿੱਚ ਭਾਗ ਲਵੋ, ਆਪਣੇ ਕਮੈਂਟ ਸਾਨੂੰ ਭੇਜੋ, ਸਾਡਾ ਵੀ ਉਤਸ਼ਾਹ ਵਧੂਗਾ। ਤੁਹਾਡੇ ਵਾਸਤੇ ਜੋ ਅਸੀਂ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਇੱਕ ਵੱਖਰੀ ਲਹਿਰ ਆ, ਇਹਦਾ ਤੁਸੀਂ ਸਵਾਗਤ ਵੀ ਕਰੋਗੇ, ਸਹਿਯੋਗ ਵੀ ਦਿਓਗੇ। ਤੇ ਪਿਆਰੇ ਦੋਸਤੋ, ਆਖਰ ਦੇ ਵਿੱਚ ਸਿਰਫ ਇੰਨਾ ਕਹੂੰਗਾ ਕਿ LDD TV ਵੱਲੋਂ ਜੋ ਇਹ ਲੈਕਚਰ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਇਹ ਬਿਲਕੁਲ ਮੁਫਤ ਆ, ਫ੍ਰੀ ਆ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਕੱਲ੍ਹ ਨੂੰ ਫਿਰ ਅਗਲਾ ਲੈਕਚਰ ਲੈ ਕੇ ਮੈਂ ਤੁਹਾਡੇ ਸਨਮੁਖ ਹੋਊਂਗਾ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।